ਸੈਕਸ ਸਿਮਨ ਦੀ ਗੱਲ ਹੋ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਉਹ ਡਾਕਟਰ ਸਾਹਿਬ ਆਏ ਤੇ ਉਹਨਾਂ ਨੇ ਫਾਰਮ ਦੇ ਉੱਤੇ 3 ਜਾਨਵਰ ਸਿਮਨ ਰੱਖੇ ਤੇ ਉਸ ਟਾਈਮ 10-10 ਹਜ਼ਾਰ ਰੁਪਇਆ ਵੀ ਚਾਰਜ ਕੀਤਾ। ਕਿਦੋਂ ਦੀ ਗੱਲ ਹੈ, ਕਿੰਨੀ ਪੁਰਾਣੀ ਹੈ ਇਹ ਤਕਰੀਬਨ ਹੋ ਗਿਆ 6-7 ਸਾਲ 6-7 ਸਾਲ ਪਹਿਲੇ। ਹੁਣ 7 ਸਾਲ ਪਹਿਲੇ ਸਿਮਨ ਰੱਖੇ ਗਏ ਤੇ ਉਹਨਾਂ ਤੋਂ ਬੱਚੇ ਆ ਗਏ। ਸੈਕਸ ਸਿਮਨ ਬੇਸਿਕਲੀ ਸੈਕਸ ਦਾ ਨਾਂ ਹੀ ਇਸ ਕਰਕੇ ਸੈਕਸ ਇਹਨੂੰ ਦਿੱਤਾ ਗਿਆ ਕਿ ਇਹ ਤੋਂ ਪੈਦਾ ਹੋਣ ਵਾਲੇ ਜਿਹੜੇ ਬੱਚੇ ਨੇ ਨਾ ਉਹਨਾਂ 'ਚ ਮੋਸਟਲੀ ਵੱਛੀਆਂ ਹੋਣਗੀਆਂ, ਬੱਚੇ ਘੱਟ ਹੋਣਗੇ। ਮੈਂ ਤੁਹਾਨੂੰ ਥੋੜੀ ਜਿਹੀ ਦੀ ਡੈਫੀਨੇਸ਼ਨ ਦੇ ਦਿਆਂ, ਸਮਝਾ ਦਿਆਂ ਤਰੀਕਾਕਾਰ ਹੁੰਦਾ ਕੀ ਹੈ। ਅਸੀਂ ਜਿਸ ਟਾਈਮ ਸੀਮਨ ਕਲੈਕਟ ਕਰਦੇ ਹਾਂ ਨਾ, ਜਾਨਵਰ ਕੋਲੋਂ ਸੀਮਨ ਲੈਂਦੇ ਆ, ਮੇਲ ਦੇ ਸਪਰਮ ਲੈਂਦੇ ਆ, ਉਹਨੂੰ ਅਸੀਂ ਬਰੀਕ ਮਸ਼ੀਨਰੀ ਦੇ ਨਾਲ ਦੇਖਦੇ ਆ। ਦੇਖਣ ਤੋਂ ਬਾਅਦ ਉਹਦੇ ਵਿੱਚ ਜਿਹੜੇ, ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੈ ਕਿ ਜਿਹੜੇ ਐਕਸ ਨੇ ਐਕਸ, ਵਾਈ ਨੇ ਵਾਈ ਐਕਸ ਮਿਕਸ ਹੋ ਜਾਏ ਜਾਂ ਐਕਸ ਵਾਈ ਮਿਕਸ ਹੋ ਜਾਣ, ਇਹਨਾਂ ਤੋਂ ਬਾਅਦ ਕੀ ਰਿਜ਼ਲਟ ਆਉਣਾ। ਅਸੀਂ ਇਹਨਾਂ ਚੀਜ਼ਾਂ ਦੀ ਬੇਸ ਦੇ ਉੱਤੇ ਨਾ ਸੀਮਨ ਦੇ ਵਿੱਚ ਜਿਹੜੇ ਮੇਲ ਸਪਰਮ ਹੁੰਦੇ ਨੇ ਨਾ, ਜਿਨ੍ਹਾਂ 'ਚ ਕੱਟੇ ਜਾਂ ਵੱਛੇ ਪੈਦਾ ਹੋਣੇ ਨੇ, ਅਸੀਂ ਉਹਨਾਂ ਸਪਰਮਾਂ ਵਾਸਤੇ ਇੱਕ ਕੈਮੀਕਲ ਅੰਦਰ ਸੁੱਟਦੇ ਆ ਤੇ ਉਹ ਕੈਮੀਕਲ ਉਹਨਾਂ ਦੀਆਂ ਪੂਛਲਾਂ ਕੱਟ ਦਿੰਦਾ। ਤੁਸੀਂ ਸਪਰਮ ਦੇਖਿਆ ਹੋਏਗਾ, ਐਡਾ ਕੁ ਦਾ ਸਿਰ ਹੁੰਦਾ, ਪਿੱਛੇ ਇੰਜ ਕਰਕੇ ਸੱਪ ਭਾਰ ਹੁੰਦਾ ਤੇ ਇੰਜ ਕਰਕੇ ਉਹ ਚੱਲਦਾ। ਉਹ ਆਪਣੀ ਦੁਮ ਦੀ ਸਿਰ ਤੇ, ਆਪਣੀ ਪੂਛਲ ਦੇ ਸਿਰ ਤੇ ਸਫ਼ਰ ਕਰਕੇ ਅੱਗੇ ਚਲਾ ਜਾਂਦਾ। ਹੁੰਦਾ ਕੀ ਹੈ, ਸੈਕਸ ਸੀਮਨ ਦੇ ਵਿੱਚ ਅਸੀਂ ਟੋਟਲ ਵੱਛੀ ਵਾਲੇ ਜਿਹੜੇ ਹੁੰਦੇ ਨੇ ਨਾ ਸਪਰਮ, ਉਹ ਅਸੀਂ ਕੱਢ ਕੇ ਅਸੀਂ ਉਸ ਰਾੜ ਦੇ ਵਿੱਚ ਉਹਨੂੰ ਸੇਵ ਕਰ ਲੈਂਦੇ ਹਾਂ ਆਪਣੇ ਕੋਲ। ਉਹ ਫਿਰ ਅਸੀਂ ਸੈਕਸ ਦਾ ਨਾਂ ਦੇ ਕੇ ਉਹਨੂੰ ਮਾਰਕੀਟ 'ਚ ਸੁੱਟ ਦਿੰਦੇ ਹਾਂ। ਹੁੰਦਾ ਕੀ ਹੈ, ਕਈ ਦਫਾ ਕੋਈ ਲੁੰਡਾ ਵੀ ਜਿਹੜਾ ਜਰਾਸੀਮ ਹੈ ਨਾ, ਉਹ ਵੀ ਸਫ਼ਰ ਕਰਕੇ ਅੱਗੇ ਚਲਾ ਜਾਂਦਾ। ਤੇ ਇਸ ਕਰਕੇ ਕਈ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਜਾਨਵਰ ਦੇ ਉੱਤੇ ਅਸੀਂ ਸੈਕਸ ਸੀਮਨ ਰੱਖਦੇ ਹਾਂ ਤਾਂ ਸਾਡੇ ਕੋਲ ਵੱਛਾ ਵੀ ਆ ਜਾਂਦਾ। ਉਹਦੇ 'ਚ ਇਹ ਨਹੀਂ ਹੁੰਦਾ ਕਿ ਕੰਪਨੀ ਨੇ ਕੋਈ ਗਲਤ ਕੀਤਾ ਹੈ ਜਾਂ ਕਿਸੇ ਮਤਲਬ ਆਪਣੇ ਹੈਂਡ ਤੋਂ ਕੋਈ ਗਲਤ ਕੀਤਾ ਹੈ ਕੰਮ। ਲੇਕਿਨ ਸੈਕਸ ਦੇ ਵਿੱਚ ਜਾ ਕੇ ਨਾ ਜੀ, ਮੇਨ ਜਿਹੜੀ ਚੀਜ਼ ਹੁੰਦੀ ਹੈ ਨਾ ਕਿ ਸਾਡੀ ਲੋਕਲ ਗਾਂ ਜਿਹੜੀ ਹੈ, ਸਾਹੀਵਾਲ, ਚੋਲਸਤਾਨ ਜਾਂ ਕ੍ਰੋਸ ਦੀਆਂ ਸਾਡੀਆਂ ਗਾਵਾਂ, ਇਹਨਾਂ ਦੇ ਉੱਤੇ ਸੈਕਸ ਤੇ ਕੰਮ ਨਹੀਂ ਹੋਇਆ। ਸੈਕਸ ਤੇ ਕੰਮ ਹਜੇ ਬਾਹਰ ਹੀ ਹੋ ਰਿਹਾ। ਪਾਕਿਸਤਾਨ 'ਚ ਹੋ ਰਿਹਾ, ਕਰ ਰਹੇ ਨੇ ਕੁਝ ਕੰਪਨੀਆਂ, ਲੇਕਿਨ ਪਾਕਿਸਤਾਨ ਦੇ ਵਿੱਚ ਸੈਕਸ ਤੇ ਜਿਹਨੇ ਕੰਮ ਕੀਤਾ ਹੈ ਨਾ, ਉਹਨੇ ਵਲੈਤੀ ਗਾਂ ਤੇ ਕੀਤਾ। ਤੁਸੀਂ ਮੈਨੂੰ ਇਹ ਗੱਲ ਦੱਸੋ, ਸਾਹੀਵਾਲ ਦੀ ਗਾਂ 12, 14, 15 ਕਿਲੋ ਦੁੱਧ ਦਿੰਦੀ ਆ, ਬਲਕਿ ਸਾਡੇ ਕੋਲ ਦਿਹਾਤੀ ਸਿਸਟਮ ਦੇ ਵਿੱਚ ਜਿਹੜੀਆਂ ਗਾਵਾਂ ਸਾਹੀਵਾਲ ਦੀਆਂ ਨੇ, ਇਹ ਦੁੱਧ ਕਰਦੀਆਂ ਨੇ 5, 6 ਕਿਲੋ, 7 ਕਿਲੋ ਜਾਂ ਹੱਦ 8 ਕਿਲੋ। ਠੀਕ ਹੈ ਜੀ। ਹੁਣ 8 ਕਿਲੋ ਵਾਲੀ ਦਾ ਸੈਕਸ ਬੱਚਾ ਕਰਕੇ ਅਸੀਂ ਕਰਨਾ ਵੀ ਕੀ ਹੈ? ਅਸੀਂ ਬੱਚਾ ਉਹ ਲੈਣਾ ਹੈ ਜਿਹੜੀ ਸਾਡੀ 20 ਕਿਲੋ ਵਾਲੀ ਗਾਂ ਦਾ ਬੱਚਾ ਸਾਡੇ ਕੋਲ ਪੈਦਾ ਹੋਵੇ ਤੇ ਪੈਦਾ ਹੋ ਕੇ ਸਾਡੇ ਕੋਲ 25 ਕਿਲੋ ਦੁੱਧ ਕਰੇ। ਸਾਡਾ ਮੇਨ ਪ੍ਰੋਫਿਟ ਤਾਂ 25 ਕਿਲੋ ਵਾਲਾ ਹੈ ਨਾ। ਉਹਦੇ 'ਚ ਦੋ ਚੀਜ਼ਾਂ ਨੇ। ਪਹਿਲੇ ਨੰਬਰ ਤੇ ਇਹ ਚੀਜ਼ ਹੈ ਕਿ ਗਾਂ ਦਾ ਉਹਨਾਂ ਨੇ ਸਿਲੈਕਸ਼ਨ ਕਰਨੀ ਹੈ ਕਿ ਗਾਂ ਕਿੰਨੇ ਦੁੱਧ ਵਾਲੀ ਹੈ। ਅੱਗੋਂ ਉਹਦਾ ਜਿਹੜਾ ਬੱਚਾ ਆਉਣਾ ਹੈ, ਉਸ ਬੱਚੇ ਦਾ ਜਿਨ੍ਹਾਂ ਨੇ ਸੀਮਨ ਲੈਣਾ ਹੈ, ਉਹਦਾ ਸੀਮਨ ਕਲੈਕਟ ਕਰਨਾ। ਉਹਦੇ ਵਿੱਚੋਂ ਫਿਰ ਜਿਹੜੇ ਹੈ ਨਾ ਮੇਲ ਵਾਲੇ ਸਪਰਮ ਕੱਢ ਦੇਣੇ ਨੇ ਤੇ ਫੀਮੇਲ ਵਾਲੇ ਸਪਰਮ ਆ ਜਾਣੇ ਨੇ। ਉਹਦੇ 'ਚ ਫਿਰ ਸਾਡੇ ਕੋਲ ਰਿਜ਼ਲਟ ਜਿਹੜਾ ਨਾ 100% ਤਾਂ ਨਹੀਂ। ਇਸੇ ਕਰਕੇ ਡਾਕਟਰ ਕਹਿੰਦੇ ਨੇ ਕਿ 99% ਹੁੰਦਾ ਹੈ, 1% ਵੱਛੇ ਆਉਣ ਦੇ ਚਾਂਸ ਵੀ ਹੁੰਦੇ ਨੇ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਲੁੰਡਾ ਜਿਹੜਾ ਸਪਰਮ ਹੁੰਦਾ ਹੈ ਨਾ, ਉਹ ਵੀ ਸਫਰ ਕਰਕੇ ਅੱਗੇ ਚਲਾ ਜਾਂਦਾ। ਹੁਣ ਤੇ ਇਹ ਤੇ ਚਲੋ ਇੱਕ ਅਲੱਗ ਚੀਜ਼ ਹੈ ਨਾ। ਹੁਣ ਤੇ ਐਮਰੀਓ ਤੇ ਕੰਮ ਚਲਾ ਗਿਆ ਜੀ। ਐਮਰੀਓ ਅਸੀਂ ਕਹਿੰਦੇ ਆ ਕਿ ਗਾਂ ਦੇ ਅੰਦਰ ਡਾਇਰੈਕਟ ਹੀ ਤੁਸੀਂ ਬੱਚਾ ਰੱਖੋ। ਇੱਕ ਗਾਂ ਦੇ ਕੋਲੋਂ ਤੁਸੀਂ ਸਾਲ ਦੇ ਵਿੱਚ, ਇੱਕੋ ਹੀ ਗਾਂ ਦੇ ਤੁਸੀਂ ਸਾਲ ਦੇ ਵਿੱਚ 150 ਤੋਂ 200 ਬੱਚਾ ਲੈ ਸਕਦੇ ਹੋ। ਇੱਕ ਗਾਂ ਇੱਕ ਸਾਲ 'ਚ ਕਿੰਨੇ ਬੱਚੇ ਦਿੰਦੀ ਹੈ? ਤੇ ਸਾਡੇ ਪਾਕਿਸਤਾਨ ਦੇ ਹਾਲਾਤ ਇਸ ਤਰ੍ਹਾਂ ਦੇ ਹੈ ਨੇ, ਜਾਨਵਰ ਦੀ ਡਾਈਟ ਪੂਰੀ ਕਰਦੇ ਕੋਈ ਨਹੀਂ, ਤੇ ਜਾਨਵਰ ਕਈ ਦਫਾ 2-2 ਸਾਲ ਬਾਅਦ ਵੀ ਸੁਣਦਾ, 3-3 ਸਾਲ ਬਾਅਦ ਵੀ ਸੁਣਦਾ। ਇਸੇ ਤਰ੍ਹਾਂ ਹੈ ਨਾ ਜੀ। ਹੁਣ ਸਾਡੇ ਕੋਲ ਇੰਨੀ ਟੈਕਨੋਲੋਜੀ ਆ ਚੁੱਕੀ ਹੈ, ਅੱਲਾ ਦੀ ਮਿਹਰਬਾਨੀ ਨਾਲ ਇਤਨੀ ਟੈਕਨੋਲੋਜੀ ਆ ਚੁੱਕੀ ਹੈ ਕਿ ਇਸ ਟੈਕਨੋਲੋਜੀ ਦੀ ਮਦਦ ਦੇ ਨਾਲ ਅਸੀਂ ਇੱਕ ਗਾਂ ਤੋਂ 100 ਤੋਂ 150, 200 ਬੱਚਾ ਵੀ ਲੈ ਸਕਦੇ। ਮਤਲਬ ਤੁਹਾਡੇ ਵਾਸਤੇ ਕੋਈ ਸ਼ੌਕਿੰਗ ਗੱਲ ਨਹੀਂ ਹੈ ਇਹ ਵਾਲੀ ਕਿ ਯਾਰ ਕਿੱਦਾਂ, ਤੁਸੀਂ ਪੁੱਛੋ ਤਾਂ ਸਹੀ, ਕਿੱਦਾਂ 200 ਬੱਚਾ ਅਸੀਂ ਇੱਕ ਗਾਂ ਤੋਂ ਲੈ ਸਕਦੇ ਹਾਂ? 200 ਬੱਚੇ ਦਾ ਮਤਲਬ ਇਹ ਕਿ ਦੂਸਰੇ ਦਿਨ ਗਾਂ, ਬਲਕਿ ਦੂਸਰੇ ਦਿਨ ਨਹੀਂ, 1.5 ਦਿਨ ਬਾਅਦ ਗਾਂ ਬੱਚਾ ਜੰਮੇ ਤੇ ਫਿਰ ਬੱਚਾ ਬਣਨਾ, ਫਿਰ 200 ਹੋਣਾ। ਹੁਣ ਗਾਂ ਤੇ ਸੁਣਦੀ ਹੈ 9 ਮਹੀਨਿਆਂ ਬਾਅਦ। ਕਿਸ ਤਰ੍ਹਾਂ ਬੱਚਾ ਹੈ? ਤੁਹਾਡਾ ਸਵਾਲ ਨਹੀਂ ਆਇਆ ਅੱਗੇ, ਮੈਂ ਤਾਂ ਕਰਕੇ ਮਤਲਬ ਅੱਗੇ ਵਧਣ ਨੂੰ ਦਿਲ ਨਹੀਂ ਹੈ। ਅਜੀਬ ਜਿਹਾ ਲੱਗਿਆ ਗਾਂ ਜਿਹੜੀ ਹੈ ਨਾ, ਜਦੋਂ ਹੀਟ 'ਚ ਆਉਂਦੀ ਹੈ ਨਾ, ਇੱਕ ਤੇ ਗਾਂ ਦਾ ਹੀਟ ਦਾ ਸਾਈਕਲ ਜਿਹੜਾ ਹੈ ਨਾ, ਇਹ ਹੁੰਦਾ 21 ਦਿਨ ਦਾ। ਮੱਝ ਦਾ ਵੀ 21 ਦਿਨ ਦਾ ਹੁੰਦਾ। ਮਤਲਬ ਇਹ ਦੋ ਐਸੇ ਜਾਨਵਰ ਨੇ ਜਿਨ੍ਹਾਂ ਦਾ 21 ਦਿਨ ਦਾ ਹੀਟ ਦਾ ਸਾਈਕਲ ਹੁੰਦਾ। ਸਾਈਕਲ ਅਸੀਂ ਕਹਿੰਦੇ ਆ ਹੀਟ ਦੇ ਕਿ ਅੱਜ ਹੀਟ ਤੇ ਆਈਏ ਤੇ 21 ਦਿਨਾਂ ਬਾਅਦ ਇਹਨੇ ਹੀਟ 'ਚ ਆਉਣਾ ਹੀ ਆਉਣਾ, ਤੁਹਾਨੂੰ ਨਜ਼ਰ ਆਵੇ ਜਾਂ ਨਾ ਆਵੇ। ਕਈ ਦਫਾ ਅਸੀਂ ਕਹਿੰਦੇ ਨਾ ਦਾਬਾ ਮਾਰ ਗਈ, ਆ ਦਾਬਾ ਤੇ ਅਸੀਂ ਆਪਣੇ ਆਪ ਨੂੰ ਮੁਤਮਿਨ ਕਰਨ ਵਾਸਤੇ ਕਹਿੰਦੇ ਦਾਬੇ ਵਾਲਾ ਚੱਕਰ ਹੀ ਕੋਈ ਨਹੀਂ ਹੈ। ਜਾਨਵਰ ਨੇ ਹਰ 21 ਦਿਨਾਂ ਬਾਅਦ ਹੀਟ 'ਚ ਆਉਣਾ ਹੀ ਆਉਣਾ। ਇਹ ਨੈਚੁਰਲ ਪ੍ਰੋਸੈਸ ਹੈ, ਇਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਕਈ ਦਫਾ ਜਾਨਵਰ ਦੱਸ ਕੇ ਆ ਜਾਂਦਾ ਹੈ, ਕਈ ਦਫਾ ਬਗੈਰ ਦੱਸਿਓ ਆ ਜਾਂਦਾ ਹੈ, ਜਿਹਨੂੰ ਅਸੀਂ ਦੇਖਦੇ ਵੀ ਰਹਿੰਦੇ ਸਾਨੂੰ ਸਮਝ ਨਹੀਂ ਆਉਂਦੀ।
21 ਦਿਨਾਂ ਬਾਅਦ ਅੱਜ ਬੋਲੀ ਤੁਸੀਂ 21 ਦਿਨਾਂ ਬਾਅਦ ਕਿਸੇ ਵੀ ਡਾਕਟਰ ਨੂੰ ਪਾ ਕੇ ਬੁਲਾ ਕੇ ਤੇ ਬਾਂਹ ਪਵਾਓਗੇ ਨਾ, ਉਹ ਕਹੇਗਾ ਜੀ ਹੀਟ 'ਚ ਜਾਨਵਰ ਤੁਹਾਡਾ, ਲੇਕਿਨ ਤੁਹਾਨੂੰ ਕੁਝ ਨਹੀਂ ਦੱਸ ਰਿਹਾ। ਠੀਕ ਹੈ, ਉਹਦੇ 'ਚ ਸਾਡੀਆਂ ਡਾਈਟ ਦੀਆਂ ਪ੍ਰੋਬਲਮ ਨੇ, ਸਾਡੀ ਖੁਰਾਕ ਅੱਛੀ ਕੋਈ ਨਹੀਂ ਹੈ, ਜਾਨਵਰ ਕੋਲ ਦੁੱਧ ਜ਼ਿਆਦਾ ਲੈ ਰਿਹਾ, ਵਾਪਸ ਉਹਨੂੰ ਖੁਰਾਕ ਘੱਟ ਦਿੱਤੀ, ਉਹ ਅੰਦਰੋਂ ਕਮਜ਼ੋਰ ਹੋ ਗਿਆ, ਉਹਨੇ ਬੱਚੇਦਾਨੀ ਦਾ ਨੁਕਸਾਨ ਕਰ ਦਿੱਤਾ। ਠੀਕ ਹੈ ਜੀ, ਹੁਣ ਇਹਦੇ 'ਚ ਹੁੰਦਾ ਕੀ ਹੈ, ਜਾਨਵਰ ਦਾ ਹੀਟ ਦਾ ਜਿਹੜਾ ਸਾਈਕਲ ਹੈ ਨਾ, ਉਹ ਹਰ 21 ਦਿਨਾਂ ਬਾਅਦ ਉਹਨੇ ਹੀਟ 'ਚ ਆਉਣਾ ਹੀ ਆਉਣਾ। 21 ਦਿਨਾਂ ਬਾਅਦ ਗਾਂ ਹੀਟ 'ਚ ਆ ਰਹੀ ਹੈ, ਇੱਕ ਵਾਰੀ ਹੀਟ 'ਚ ਗਾਂ ਆਏਗੀ ਨਾ, ਤੇ ਗਾਂ ਕਮ ਸੇ ਕਮ ਕੋਈ 35 ਤੋਂ 40 ਅੰਡੇ ਜਿਹੜੇ ਆ ਨਾ, ਬਲਕਿ 50 ਤੱਕ ਵੀ ਅੰਡੇ ਇੱਕ ਟਾਈਮ 'ਚ ਕੱਢਦੀ ਹੈ ਬਾਹਰ। ਠੀਕ, ਜਿਹਨੂੰ ਅਸੀਂ ਐਗ ਓਵੂਲੇਸ਼ਨ ਕਹਿੰਦੇ ਆ। ਠੀਕ ਹੈ, ਅੰਡੇ ਦਾ ਖਾਰਜ ਕਰਨਾ, ਅੰਡਾ ਪੈਦਾ ਕਰਨਾ ਜਾਂ ਅੰਡਾ ਬਾਹਰ ਕੱਢਣਾ। ਉਹ ਅੰਡੇ ਅਸੀਂ ਪੂਰੇ ਦੇ ਪੂਰੇ ਫੀਮੇਲ ਦੇ ਵਿੱਚੋਂ ਚੁੱਕ ਲੈਂਦੇ ਆ। ਹੁਣ ਸਾਲ 'ਚ 12 ਮਹੀਨੇ ਨੇ, ਅਗਰ 21 ਦਿਨਾਂ ਬਾਅਦ ਵੀ ਹੀਟ 'ਚ ਆਵੇ, ਤੁਸੀਂ ਜਮਾ ਮਾਈਨਸ ਕਰਕੇ ਲਿਆਓ ਤੇ ਕਮ ਸੇ ਕਮ 14 ਮਹੀਨੇ ਬਣਦੇ ਨੇ ਗਾਂ ਦੇ ਹੀਟ 'ਚ ਆਉਣ ਦੇ। ਠੀਕ ਹੈ, 14 ਦਫਾ ਗਾਂ ਨੇ ਹੀਟ 'ਚ ਆਉਣਾ ਹੈ, ਤੁਸੀਂ 14 ਦਫਾ ਦੇ 30 ਟੀਕੇ ਲੈ ਲਓ ਤੇ ਕਿੰਨੇ ਬਣ ਗਏ ਸਾਡੇ ਕੋਲ? 300 ਪਲੱਸ ਹੋ ਗਿਆ। ਹੁਣ 300 ਪਲੱਸ ਦੇ ਵਿੱਚੋਂ ਅਸੀਂ ਇਹ ਦੇਖਣਾ ਕਿ ਜਿਹੜੇ ਹੈਲਥੀ ਨੇ ਨਾ, ਤਾਕਤ ਵਾਲੇ ਜਿਹੜੇ ਨੇ, ਜਿਨ੍ਹਾਂ ਦੇ ਅੰਦਰ ਸਪਰਮ ਖਲੋ ਸਕਦਾ ਹੈ ਤੇ ਅੱਗੋਂ ਬੱਚਾ ਦੇ ਸਕਦੀ ਹੈ, ਅਸੀਂ ਉਸ ਅੰਡੇ ਦੇ ਅੰਦਰ ਮੇਲ ਦੇ ਸਪਰਮ ਨੂੰ ਇੰਜੈਕਟ ਕਰਕੇ ਆਪਣੇ ਕੋਲ ਸੇਵ ਕਰਕੇ ਰੱਖ ਲੈਣਾ। ਉਹ ਅਸੀਂ ਉਹਨੂੰ ਐਮਰੀਓ ਬਣਾ ਲਿਆ, ਉਹਨੂੰ ਅਸੀਂ ਬੱਚੇ ਦਾ ਨਾਮ ਦੇ ਦਿੱਤਾ। ਉਹ ਅਸੀਂ ਜਿਹੜਾ ਤੁਹਾਡਾ ਜਾਨਵਰ ਬੋਲਿਆ ਵਾ, ਅਸੀਂ ਦੇਖਣਾ ਤੁਹਾਡਾ ਜਾਨਵਰ ਹੀਟ ਤੇ ਹੈ, ਅਸੀਂ ਡਾਇਰੈਕਟ ਆ ਕੇ ਉਹਨੂੰ ਰੱਖ ਦੇਣਾ। ਸਿਰਫ ਕੀ ਹੋਣਾ ਹੈ, ਤੁਹਾਡੇ ਜਾਨਵਰ ਨੇ ਉਹਨੂੰ ਖੁਰਾਕ ਦੇਣੀ ਹੈ, ਉਹਨੂੰ ਖੂਨ ਦੇ ਜ਼ਰੀਏ ਖੁਰਾਕ ਪੈਦਾ ਕਰਨੀ, ਉਹਦੇ ਜਿਸਮ ਦੇ ਵਿੱਚ ਉਹਦੀ ਪੇਟ ਦੀ ਜ਼ਰੂਰਤ ਪੂਰੀ ਕਰਨੀ ਉਸ ਬੱਚੇ ਦੀ। ਉਹ ਬੱਚਾ ਹੋਣਾ, ਪਿਓ ਵੀ ਉਹਦਾ ਉਹੀ ਹੋਣਾ, ਮਾਂ ਵੀ ਉਹਦੀ ਉਹੀ ਹੋਣੀ ਹੈ, ਲੇਕਿਨ ਪੈਦਾ ਤੁਹਾਡੇ ਜਾਨਵਰ ਨੇ ਕਰਨਾ। ਹੁਣ 300 ਟੀਕੇ ਦੇ ਵਿੱਚੋਂ ਸਮਝ ਲਓ 150 ਟੀਕਾ ਉਹ ਹੈ ਜਿਹੜਾ ਕਮਜ਼ੋਰ ਹੈ, ਅੰਡਾ ਜਿਹੜਾ 150 ਜਿਹੜਾ ਅੰਡਾ ਹੈ ਨਾ, ਉਹ ਤਾਕਤ ਵਾਲਾ ਅੰਡਾ ਹੈ। ਉਸ 150 ਦੇ ਵਿੱਚੋਂ ਜਿਹੜੇ ਬੱਚੇ ਬਣੇ ਨਾ, ਉਹਨੂੰ ਅਸੀਂ ਐਮਰੀਓ ਕਹਿੰਦੇ। ਦੁਨੀਆ ਤਾਂ ਇੰਨੀ ਅੱਗੇ ਨਿਕਲ ਗਈ ਹੈ ਤੇ ਸਾਡੀ ਲੜਾਈ ਹਜੇ ਵੀ ਗਰਮ ਠੰਡੇ ਤੋਂ ਨਹੀਂ ਬਾਹਰ ਆ ਰਹੇ। नहीं डॉक्टर साहब वो कितने दिहाड़े अंदर रखना होता, मतलब जितना पूरा टाइम ਜਾਨਵਰ ਦੇ ਅੰਦਰ ਅਸੀਂ ਜਦੋਂ ਉਹਨਾਂ ਨੂੰ ਆਪਸ ਮਿਕਸ ਕਰ ਲਿਆ ਨਾ, ਅਸੀਂ ਆਪਣੇ ਕੋਲ ਸੇਵ ਕਰ ਲਿਆ। ਫਿਰ ਤੁਹਾਡੇ ਜਾਨਵਰ ਨੇ ਜਦੋਂ ਹੀਟ 'ਚ ਆਉਣਾ, ਅਸੀਂ ਉਹਨੂੰ ਹੀਟ ਦੇ ਟਾਈਮ 'ਚ ਰੱਖ ਦੇਣਾ। ਉਹਨੇ 9 ਮਹੀਨਿਆਂ ਬਾਅਦ ਹੀ ਸੋਣਾ, सही ਉਹਨੇ ਆਪਣੇ ਟਾਈਮ ਤੇ ਸੋਣਾ। ਲੇਕਿਨ ਬੱਚਾ ਉਹਨੇ ਕਿਹੜਾ ਜੰਮਣਾ ਪਿਛਲੇ ਮਾਂ ਪਿਓ ਦਾ। ਇਹਨਾਂ ਨੇ ਸਿਰਫ ਜਿਵੇਂ ਕਬੂਤਰਬਾਜ਼ ਨੇ, ਇਹਦੇ ਅੰਡੇ ਚੁੱਕੇ, ਮੁਰਗੀਆਂ ਵਾਲੇ ਨੇ ਇਹਦੇ ਅੰਡੇ ਚੁੱਕੇ ਕਿਸੇ ਇੱਕ ਜੋੜੇ ਦੇ ਥੱਲੇ ਰੱਖ ਦਿੱਤੇ। ਯਾਰ ਇਹ ਬੱਚੇ ਪਲਵਾਉਣ ਵਾਸਤੇ ਆ, ਇਹ ਕੀਮਤੀ ਕਬੂਤਰ ਹੈ, ਉਡਾਣੇ ਹੁੰਦੇ, ਇਹਨਾਂ ਨੂੰ ਥੋੜਾ ਜਿਹਾ ਟਾਈਮ ਘੱਟ ਮਿਲੇ, ਅੰਡਿਆਂ ਬੱਚਿਆਂ ਦੇ ਚੱਕਰਾਂ 'ਚ ਪਏ, ਕਮਜ਼ੋਰ ਹੋ ਜਾਣਗੇ ਉਹ। ਫਿਰ ਇਸ ਤਰ੍ਹਾਂ ਕਰਕੇ ਇਸੇ ਤਰੀਕੇ ਦੇ ਨਾਲ ਐਮਰੀਓ ਜਿਹੜੀ ਹੈ ਨਾ, ਉਹ ਦੁਨੀਆ ਦੇ ਉੱਤੇ ਹੁਣ ਆ ਗਈ ਹੈ ਔਰ ਇੰਤਹਾਈ ਜ਼ਬਰਦਸਤ ਕੰਮ ਹੈ। ਤੁਸੀਂ ਦੇਖੋ ਨਾ, ਤੁਹਾਨੂੰ ਇਹ ਫਿਕਰ ਹੀ ਤੁਹਾਡੀ ਖਤਮ ਹੋ ਗਈ ਹੈ ਕਿ ਗਾਂ ਨੇ ਪਤਾ ਨਹੀਂ ਠਹਿਰਨਾ ਕਿ ਨਹੀਂ ਠਹਿਰਨਾ। ਤੁਹਾਨੂੰ ਐਮਰੀਓ ਤੋਂ ਬਾਅਦ ਇੱਕੋ ਹੀ ਡਰ ਹੋਣਾ ਹੈ ਕਿ ਬੱਚਾ ਜ਼ਾਇਆ ਨਾ ਹੋ ਜਾਏ ਯਾਰ। ਮਿਸਾਲ ਹੈ, ਮੈਂ ਐਮਰੀਓ ਦਾ ਰੇਟ ਹੈ, ਮਿਸਾਲ ਹੈ, ਮਤਲਬ ਹਜੇ ਰੇਟ ਮਾਰਕੀਟ 'ਚ ਮੈਨੂੰ ਨਹੀਂ ਅੰਦਾਜ਼ਾ ਕੀ ਹੈ ਕਿ 20,000 ਰੇਟ ਹੈ ਜਾਂ 50,000 ਰੇਟ ਹੈ ਜਾਂ ਲੱਖ ਰੁਪਇਆ ਰੇਟ ਹੈ। ਸਾਨੂੰ ਪਤਾ ਹੈ ਕਿ ਪਿਓ ਜਿਹੜਾ ਸੀ ਉਹ ਵੀ 40 ਲੀਟਰ ਦੁੱਧ ਵਾਲੀ ਮਾਂ ਦਾ ਪੁੱਤਰ ਸੀ, ਤੇ ਜਿਹੜੀ ਮਾਂ ਸੀ, ਮਤਲਬ ਜਿਹਨੂੰ ਅਸੀਂ ਜਿਹਦਾ ਸਿਮਨ ਲਿਆ, ਉਹ ਦੋਵਾਂ ਦਾ ਮਤਲਬ ਸਾਡੇ ਕੋਲ ਮਿਲਾਪ ਜਿਹੜਾ ਹੋਇਆ, ਉਹ ਦੋਵੇਂ 40-40 ਲੀਟਰ ਵਾਲੇ ਨੇ। ਤਾਂ ਮਤਲਬ ਬੱਚਾ ਵੀ ਜਿਹੜਾ ਨਾ 40 ਲੀਟਰ ਪਲੱਸ ਵਾਲਾ ਹੀ ਆਉਣ ਵਾਲਾ, ਥੱਲੇ ਨਹੀਂ ਆਉਣ ਵਾਲਾ ਸਾਡੇ ਕੋਲ। ਅਸੀਂ ਉਹਨੂੰ ਪਲੱਸ ਮਾਈਨਸ ਕਰਕੇ ਇਸ ਹਿਸਾਬ ਨਾਲ ਦੇਖਣਾ। ਤੇ ਇਸ ਕਰਕੇ ਹੁਣ ਦੇਖੋ ਨਾ, ਸਾਨੂੰ ਸਿਰਫ ਇੱਕੋ ਹੀ ਡਰ ਹੋਣਾ ਕਿ ਬੱਚਾ ਨਾ ਜ਼ਾਇਆ ਹੋ ਜਾਏ। ਇਹ ਤੇ ਹੈ ਹੀ ਨਹੀਂ ਕਿ ਜਾਨਵਰ ਨੇ ਠਹਿਰਨਾ ਕੋਈ ਨਹੀਂ ਰਿਹਾ। ਜਿਹੜੀਆਂ ਵੀ ਸਹੂਲਤਾਂ ਸਾਡੇ ਕੋਲ, ਮਸਲੇ ਕੀ ਨੇ, ਅਸੀਂ ਕਹਿੰਦੇ ਜਨਾਬ ਅਸੀਂ ਵੰਡਾ ਪਾ ਰਹੇ ਹਾਂ, ਸਾਡਾ ਜਾਨਵਰ ਠਹਿਰਦਾ ਕੋਈ ਨਹੀਂ ਪਿਆ। ਠੀਕ ਹੈ, ਗਰਮੀ ਆ ਗਈ, ਵੰਡਾ ਪਾ ਰਹੇ, ਜਾਨਵਰ ਗਰਮੀ ਬਹੁਤ ਕਰਨ ਲੱਗ ਗਿਆ। ਹੁਣ ਇਹੀ ਵੰਡਾ ਜਾਨਵਰ ਸਰਦੀ 'ਚ ਖਾ ਰਿਹਾ ਹੁੰਦਾ ਤੇ ਦੁਨੀਆ ਦਾ ਕੋਈ ਮਸਲਾ ਨਹੀਂ ਉਹਨੂੰ ਹੋ ਰਿਹਾ ਹੁੰਦਾ। ਇਹੀ ਜਾਨਵਰ ਵੰਡਾ ਗਰਮੀ 'ਚ ਖਾ ਰਿਹਾ ਹੁੰਦਾ ਤੇ ਉਹਨੂੰ ਮਸਲੇ ਸ਼ੁਰੂ ਹੋ ਜਾਂਦੇ। ਕਿਉਂ ਸ਼ੁਰੂ ਹੁੰਦੇ ਨੇ? ਤੁਸੀਂ ਮੈਨੂੰ ਇਹ ਗੱਲ ਦੱਸੋ, ਖੁਰਾਕ ਤੇ ਸੇਮ ਹੀ ਹੈ, ਖੁਰਾਕ 'ਚ ਫਰਕ ਹੀ ਕੋਈ ਨਹੀਂ ਆਇਆ। ਫਰਕ ਕਿਹਦੇ 'ਚ ਆਇਆ ਜੇ? ਮੌਸਮ 'ਚ। ਅੱਗੇ ਗਰਮ ਸੀ, ਅੱਗੇ ਠੰਡਾ ਸੀ, ਹੁਣ ਗਰਮ ਹੋ ਗਿਆ। ਹੁਣ ਤੁਸੀਂ ਮੌਸਮ ਦੇ ਖਿਲਾਫ ਜਾਨਵਰ ਨੂੰ ਤਿਆਰ ਕਰੋ ਨਾ। ਹੁਣ ਮੌਸਮ ਚੇਂਜ ਹੋਇਆ ਵਾ, ਤੁਸੀਂ ਦੇਖੋ ਸਾਡੀ ਖੁਰਾਕ ਉਹੀ ਹੈ। ਰੋਟੀ ਕਿਸੇ ਨੇ ਬੰਦ ਕਰਕੇ ਕੋਈ ਹੋਰ ਚੀਜ਼ ਸ਼ੁਰੂ ਕੀਤੀ ਹੋਵੇ, ਗਰਮੀ ਸਾਨੂੰ ਨਹੀਂ ਲੱਗਦੀ। ਅਸੀਂ ਆਪਣਾ ਹੱਲ ਕੀ ਲੱਭਦੇ ਹਾਂ? ਨਹਾ ਲਿਆ, ਪੱਖੇ ਥੱਲੇ ਬਹਿ ਗਏ, ਏਸੀ ਥੱਲੇ ਬਹਿ ਗਏ, ਦਰਖਤਾਂ ਦੀ ਛਾਂ ਥੱਲੇ ਬਹਿ ਗਏ, ਸਕੂਨ ਲੈ ਲਿਆ। ਹੁਣ ਤੁਸੀਂ ਹਿਸਾਬ ਲਾ ਕੇ ਦੇਖੋ, 3 ਵਜੇ ਨੇ ਤੇ ਗਾਵਾਂ ਜਿਹੜੀਆਂ ਨੇ ਧੁੱਪ 'ਚ ਖਲੋਤੀਆਂ ਨੇ, ਤੇ ਇਹਨਾਂ ਗਾਵਾਂ ਨੇ ਕਿ ਗਰਮੀ ਨਹੀਂ ਕਰਨੀ। ਗਰਮੀ ਜਦੋਂ ਇਹਨਾਂ ਨੇ ਕਰਨੀ ਹੈ ਤੇ ਇਹਨਾਂ ਨੇ ਇਹ ਨਹੀਂ ਦੇਖਣਾ ਹੈ, ਸਾਡੇ ਕੋਲ ਹੀ ਭਾਈ ਹੋਰੀ ਬੈਠੇ ਨੇ ਨਾ ਪਿਦਨਾਨ, ਹੁਣ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਅਸੀਂ 3 ਵਜੇ ਬੰਨੀਆਂ ਨੇ। ਇਹਨਾਂ ਨੇ ਕਹਿਣਾ ਤੁਹਾਡਾ ਵੰਡਾ ਪਾ ਰਹੇ ਹਾਂ ਤਾਂ ਕਰਕੇ ਗਾਵਾਂ ਦਾ ਬੇੜਾ ਗਰਕ ਹੋ ਗਿਆ। ਪੈਦਨਾਨ ਦੀ ਗੱਲ ਨਹੀਂ ਕਰ ਰਹੇ ਆ, ਓਵਰਆਲ ਜਿਹੜਾ ਨਾ ਸਾਨੂੰ ਫਾਰਮਰ ਕੰਪਲੇਨ ਕਰਦੇ ਨੇ, ਲੇਕਿਨ ਆਪਣੀ ਗਲਤੀ ਨੂੰ ਮੰਨਦੇ ਕੋਈ। ਇਹ ਚੀਜ਼ਾਂ ਸਾਨੂੰ ਆਪ ਗੌਰ ਕਰਨੀਆਂ ਚਾਹੀਦੀਆਂ। ਗਰਮੀ ਦੇ ਖਿਲਾਫ ਤੇ ਅਸੀਂ ਆਪ ਜਾਨਵਰ ਦੇ ਜਿਸਮ 'ਚ ਗੜਬੜ ਕਰ ਰਹੇ ਹਾਂ।